ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਰੋਜ਼ਾਨਾ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠ ਕੇ ਇਲਾਹੀ ਗੁਰੂ ਨਾਨਕ ਵਾਹਿਗੁਰੂ, ਜਿਸ ਵਿੱਚੋਂ ਅਸੀਂ ਕੱਲ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਬਰਸਾਈਆਂ ਹੋਈਆਂ ਰਹਿਮਤਾਂ, ਜੋ ਸੱਜਣ ਠੱਗ ਦੇ ਉੱਤੇ ਸਤਿਗੁਰੂ ਨੇ ਰਹਿਮਤ ਕਰਕੇ ਤੇ ਸੱਜਣ ਠੱਗ ਤੋਂ ਸੱਜਣ ਬਣਾਇਆ। ਸੋ ਇਹ ਕੱਲ ਦੀ ਕਲਾਸ ਵਿੱਚ ਅਸੀਂ ਸਰਵਣ ਕੀਤਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਰਸਾ ਕੇ ਹੁਣ ਅਗਲਾ ਪੜਾਅ ਜਿਹੜਾ ਹੈ ਉਹ ਸ਼ੁਰੂ ਕਰਨ ਲੱਗੇ ਹਨ ਅੱਜ ਦੀ ਇਸ ਸਾਖੀ ਵਿੱਚ, ਜਿਸ ਵਿੱਚ ਵਾਹਿਗੁਰੂ ਜੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਸੱਜਣ ਨੂੰ ਤਾਰਨ ਤੋਂ ਬਾਅਦ ਅਗਲੇਰਾ ਹੁਕਮ ਕਰਦੇ ਹਨ ਕਿ ਚਲੋ ਭਾਈ ਹੁਣ ਅਗਲੇਰੇ ਪੜਾਅ ਵਾਸਤੇ ਅਸੀਂ ਤੁਰੀਏ, ਤਾਂ ਕਿ ਅੱਗੇ ਚੱਲ ਕੇ ਸੰਗਤਾਂ ਨੂੰ ਉਪਦੇਸ਼ ਕਰਨਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਜਣ ਨੂੰ ਉਤਾਰ ਕੇ ਤੇ ਅੱਗੇ ਚੱਲਦੇ ਹਨ। ਸਭ ਤੋਂ ਪਹਿਲਾਂ ਸੱਜਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਪਾਤਸ਼ਾਹ ਜੀਓ, ਆਪ ਨੇ ਬੜੀ ਕਿਰਪਾ ਕੀਤੀ ਹੈ, ਮੇਰੇ ਉੱਤੇ ਰਹਿਮਤ ਕੀਤੀ ਹੈ ਤੇ ਮੈਨੂੰ ਇਸ ਭਿਆਨਕ ਦੌਰ ਦੇ ਵਿੱਚੋਂ ਬਾਹਰ ਕੱਢਿਆ ਹੈ। ਹੁਣ ਮੇਰੇ ਸਿਰ ਉੱਤੇ ਆਪ ਜੀ ਨੇ ਹੱਥ ਰੱਖਿਆ ਹੈ। ਜਿਸ ਤਰ੍ਹਾਂ ਮਾਂ ਦੇ ਘਰ ਨਵਾਂ ਜੰਮਿਆ ਬੱਚਾ ਮਾਂ ਤੋਂ ਬਗੈਰ ਨਹੀਂ ਰਹਿ ਸਕਦਾ, ਅੱਜ ਮੈਂ ਇਸ ਸੰਸਾਰ ਨੂੰ ਛੱਡ ਕੇ ਤੁਹਾਡੇ ਗ੍ਰਹਿ ਵਿੱਚ ਪ੍ਰਗਟ ਹੋਇਆ ਹਾਂ, ਭਾਵ ਮੇਰਾ ਜਨਮ ਹੋਇਆ ਹੈ। ਹੁਣ ਮੈਂ ਨਿੱਕਾ ਜਿਹਾ ਬੱਚਾ ਹਾਂ। ਮੈਂ ਚਾਹੁੰਦਾ ਹਾਂ ਕਿ ਆਪ ਜੀ ਦਾ ਮਿਹਰਾਂ ਭਰਿਆ ਜਿਹੜਾ ਹੱਥ ਹੈ ਸਦਾ ਮੇਰੇ ਸਿਰ ਤੇ ਰਹੇ। ਜਦੋਂ ਇੰਨੀ ਗੱਲ ਕੀਤੀ, ਗੁਰੂ ਸਾਹਿਬ ਨੇ ਫਿਰ ਆਖਿਆ ਕਿ ਇਹ ਭਾਈ, ਉਹ ਪਰਮਾਤਮਾ, ਉਹ ਕਰਤਾਰ ਸਦਾ ਤੇਰੇ ਸਿਰ ਤੇ ਹੱਥ ਰੱਖੇਗਾ, ਸਦਾ ਉਹਦਾ ਸ਼ੁਕਰ ਕਰੀ, ਉਸ ਦੇ ਸ਼ੁਕਰ ਵਿੱਚ ਤੁਰਦਿਆਂ ਹੀ ਆਪਣੀ ਜ਼ਿੰਦਗੀ ਬਤੀਤ ਕਰੀ। ਸੋ ਇਸ ਤਰ੍ਹਾਂ ਉਪਦੇਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਲੈ ਕੇ ਅੱਗੇ ਚੱਲ ਪਏ ਹਨ, ਤੁਰੇ ਜਾ ਰਹੇ ਹਨ। ਅਸੀਂ ਕੱਲ ਦੀ ਕਲਾਸ ਵਿੱਚ ਇਹ ਸਰਵਣ ਕੀਤਾ ਸੀ ਕਿ ਤੁਰਿਆਂ ਜਾਂਦਿਆਂ ਭਾਈ ਮਰਦਾਨੇ ਨੇ ਕੁਝ ਸਵਾਲ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੇ, ਉਹਨਾਂ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਦੱਸੇ ਤੇ ਅਖੀਰ ਮਰਦਾਨਾ ਜੀ ਫਿਰ ਆਖਦੇ ਹਨ,
ठीक है पातशाह जी, इन्हां चोरां, धाड़वियां, जुआरियां, जालमां विच ताकत तां बड़ी हुंदी है। ये ਐਵੇਂ ਹੀ ਬੱਦਲ ਦੀ ਤਰ੍ਹਾਂ ਗੱਜਦੇ ਹਨ, ਪਰ ਇਹਨਾਂ ਦੇ ਅੰਦਰ ਕੋਈ ਐਸੀ ਤਾਕਤ ਨਹੀਂ। ਤੁਹਾਡੀ ਰਹਿਮਤ ਹੋਈ ਤੇ ਤੁਸੀਂ ਸਾਰਿਆਂ ਨੂੰ ਆਪਣੇ ਰਹਿਮਤ ਦੇ ਨਾਲ ਬਖਸ਼ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਬੋਲੇ, ਮਰਦਾਨਿਆਂ ਹੁਣ ਅਸੀਂ ਨੀਲੀ ਵੱਲ ਨੂੰ ਚੱਲਣਾ ਹੈ, ਜਿੱਧਰ ਇੱਕ ਪੀਰ ਹੈ ਜੋ ਪ੍ਰਜਾ ਨੂੰ ਬੜਾ ਦੁਖੀ ਕਰਦਾ ਹੈ। ਹੁਣ ਮਰਦਾਨਾ ਜੀ ਆਖਦਾ ਹੈ, ਮਰਦਾਨਾ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿ ਪੀਰ ਵੀ ਕਿਸੇ ਨੂੰ ਦਿਖਾਉਂਦੇ ਹਨ, ਕਿਉਂਕਿ ਪ੍ਰਾਚੀਨ ਸਮੇਂ ਵਿੱਚ ਪੀਰਾਂ ਨੂੰ ਮੰਨਣਾ ਇਸ ਕਰਕੇ ਸੀ ਕਿ ਇਹ ਸਭ ਨੂੰ ਸੁੱਖ ਦਿੰਦੇ ਨੇ। ਹੁਣ ਮਰਦਾਨੇ ਦੇ ਖਿਆਲ ਵਿੱਚ ਆਇਆ, ਮਨ ਵਿੱਚ ਆਇਆ ਤੇ ਆਖਣ ਲੱਗੇ, ਪਾਤਸ਼ਾਹ ਕੀ ਪੀਰ ਵੀ ਦਿਖਾਉਂਦੇ ਹਨ? ਤੇ ਗੁਰੂ ਸਾਹਿਬ ਜੀ ਆਖਦੇ ਨੇ, ਪੀਰ ਹੋਵੇ ਜਾਂ ਰਾਜਾ, ਵਿਦਿਆ ਵਾਲਾ ਹੋਵੇ ਜਾਂ ਧਨ ਵਾਲਾ, ਰਿੱਧੀਆਂ ਸਿੱਧੀਆਂ ਵਾਲਾ ਹੋਵੇ ਜਾਂ ਤਪੀਆਂ ਵਾਲਾ, ਭਾਵ ਤਪ ਕਰਨ ਵਾਲਾ, ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਗਿਆਨ ਨਹੀਂ, ਉਹਦੇ ਤੋਂ ਫਿਰ ਮਾੜੇ ਕੰਮ ਹੁੰਦੇ ਨੇ। ਫਿਰ ਧਿਆਨ ਦੇਣਾ, ਜਿਸ ਕੋਲ ਤਾਕਤ ਹੈ ਪਰ ਗਿਆਨ ਨਹੀਂ, ਉਹ ਹਮੇਸ਼ਾ ਮਾੜੇ ਕਰਮ ਹੀ ਕਰਦਾ ਹੈ। ਨੇਕੀ ਕਰਨੀ ਤਾਂ ਗਿਆਨ ਵਾਲੇ ਦਾ ਕੰਮ ਹੈ, ਜਿਹਦੇ ਕੋਲ ਗਿਆਨ ਹੈ। ਉਹ ਚਾਹੇ ਗਰੀਬ ਹੋਵੇ, ਚਾਹੇ ਅਮੀਰ, ਚਾਹੇ ਵਿਦਿਆ ਵਾਲਾ ਤੇ ਚਾਹੇ ਨਹੀਂ, ਪਰ ਉਹੀ ਜਿਹਦੇ ਕੋਲ ਗਿਆਨ ਹੈ। ਗੱਲ ਇੱਥੇ ਵਿਦਿਆ ਦੀ ਨਹੀਂ ਹੈ, ਇੱਥੇ ਗਿਆਨ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਗਿਆਨ ਹੈ ਉਹ ਜਿਹੜਾ ਸੇਵਾ ਕਰ ਸਕਦਾ, ਜਿਹਦੇ ਕੋਲ ਗਿਆਨ ਨਹੀਂ, ਚਾਹੇ ਉਹਦੇ ਕੋਈ ਗਰੀਬ, ਅਮੀਰ ਜਾਂ ਵਿਦਿਆ ਵਾਲਾ ਹੋਵੇ, ਜਿਹਦੇ ਕੋਲ ਗਿਆਨ ਨਹੀਂ ਨਾ, ਉਹਦੀ ਵਿਦਿਆ ਵੀ ਕਿਸੇ ਕੰਮ ਦੀ ਨਹੀਂ, ਉਹ ਪੜ੍ਹਿਆ ਹੋਇਆ ਵੀ ਕਿਸੇ ਕੰਮ ਦਾ ਨਹੀਂ। ਫਿਰ ਮਰਦਾਨਾ ਜੀ ਆਖਦੇ ਨੇ, ਪਾਤਸ਼ਾਹ ਆਪ ਸੱਚ ਆਖਦੇ ਹੋ, ਪਰ ਪੀਰ ਤਾਂ ਰਿਆਜ਼ਤਾਂ ਭਾਵ ਘਾਲਾਂ ਘਾਲ ਕੇ ਫਿਰ ਪੀਰ ਬਣਦੇ ਨੇ। ਫਿਰ ਇਹ ਮੜੱਪਣ ਵਿੱਚ ਕਿਉਂ ਪੈਂਦੇ ਨੇ, ਭਾਵ ਇਹ ਲੋਕਾਂ ਨੂੰ ਕਿਉਂ ਤੰਗ ਕਰਦੇ ਨੇ? ਤੇ ਗੁਰੂ ਸਾਹਿਬ ਜੀ ਆਖਦੇ ਨੇ, ਮਰਦਾਨਿਆਂ ਰਿਆਇਤਾਂ ਤੇ ਘਾਲਾਂ ਕਰਨ ਲਈ ਵੀ ਅੱਖਾਂ ਦੀ ਲੋੜ ਹੈ। ਬਿਨਾਂ ਅੱਖਾਂ ਦੇ ਖੁੜਲ ਵਿੱਚ ਡਿੱਗ ਪੈਂਦੇ ਹਨ, ਭਾਵ ਜਿਨ੍ਹਾਂ ਨੇ ਘਾਲਾਂ ਘਾਲਣੀਆਂ, ਪਰ ਜੇ ਉਹ ਅੱਖਾਂ ਤੋਂ ਬਗੈਰ ਘਾਲਾਂ ਘਾਲਣ, ਅੱਖਾਂ ਮੀਟ ਕੇ, ਤੇ ਉਹਨਾਂ ਦਾ ਉਹ ਘਾਲੀ ਹੋਈ ਘਾਲਣਾ ਵੀ ਵਿਅਰਥ ਚਲੀ ਜਾਂਦੀ ਹੈ, ਜਦੋਂ ਉਸ ਘਾਲਣਾ ਦੇ ਨਾਲ ਉਹ ਪ੍ਰਜਾ ਨੂੰ ਦੁਖੀ ਕਰਦੇ ਨੇ। ਫਿਰ ਮਰਦਾਨਾ ਜੀ ਆਖਦੇ ਨੇ, ਪਾਤਸ਼ਾਹ ਉਹਨਾਂ ਨੂੰ ਗਿਆਨ ਨਹੀਂ ਦੇਖਦੇ। ਗੁਰੂ ਸਾਹਿਬ ਆਖਦੇ ਨੇ, ਇਹ ਮਰਦਾਨਿਆਂ ਮਨ ਹੈ ਭੁੱਖਾ, ਇਹਨੂੰ ਬਹੁਤ ਲੋੜਾਂ ਨੇ, ਤੇ ਲੋੜਾਂ ਤੋਂ ਵੱਧ ਇਹਦੀ ਤ੍ਰਿਸ਼ਨਾ ਹੈ, ਮੰਗ ਹੁੰਦੀ ਹੈ। ਉਸ ਮੰਗ ਦੀ ਤ੍ਰਿਸ਼ਨਾ ਵਿੱਚ ਸੜਦਾ ਰਹਿੰਦਾ ਹੈ। ਜਦੋਂ ਇਹ ਮਨੁੱਖ ਘਾਲਾਂ ਘਾਲਦਾ ਏ, ਰਿਆਜ਼ਤਾਂ ਕਰਦਾ ਏ, ਜਦੋਂ ਇਹ ਘਾਲਾਂ ਘਰ ਦਾ ਨਾਮੀ ਹੋ ਜਾਵੇ, ਜਾਂ ਕੋਈ ਇਹਨੂੰ ਫਿਰ ਰਿੱਧੀ ਸਿੱਧੀ ਆ ਪਵੇ, ਫਿਰ ਉਸ ਰਿੱਧੀ ਸਿੱਧੀ ਦੇ ਵਿੱਚ ਹੀ ਮਨ ਜਿਹੜਾ ਫਸ ਜਾਂਦਾ ਹੈ। ਵਾਹਿਗੁਰੂ। ਫਿਰ ਉਸ ਰਿੱਧੀ ਸਿੱਧੀ ਦੇ ਵਿੱਚ ਇਹ ਮਨ ਜਿਹੜਾ ਫਸਾ ਲੈਂਦਾ ਹੈ। ਫਿਰ ਇਹ ਭੁੱਖ ਵਾਲਾ ਮਨ ਹੋ ਜਾਂਦਾ ਹੈ। ਇਹਦੇ ਅੰਦਰ ਜਿਹੜੀ ਮਨ ਦੀ ਤ੍ਰਿਸ਼ਨਾ ਵੱਧ ਜਾਂਦੀ ਹੈ। ਫਿਰ ਮਰਦਾਨਾ ਜੀ ਆਖਦੇ ਆ, ਪਾਤਸ਼ਾਹ ਜੇ ਰਿੱਧੀਆਂ ਸਿੱਧੀਆਂ ਕਰਕੇ ਨਹੀਂ ਬਚ ਸਕਦੇ, ਫਿਰ ਅਸੀਂ ਬਚਾਂਗੇ ਕਿਵੇਂ? ਜੇ ਅਸੀਂ ਡਿੱਗ ਪਈਏ ਤੇ ਕਿਵੇਂ ਨਿਕਲਾਂਗੇ? ਤਾਂ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ,
ਪਹਿਲਾਂ ਤੇ ਬੜੇ ਧਿਆਨ ਦੇ ਨਾਲ ਤੁਰੋ। ਜੇ ਤੁਰਨਾ ਹੀ ਹੈ ਤੇ ਫਿਰ ਕਰਤਾਰ ਦੇ ਰਸਤੇ ਉੱਤੇ ਤੁਰੋ, ਭਾਵ ਪਰਮਾਤਮਾ ਦੇ ਨਾਮ ਨੂੰ ਮੁੱਖ ਰੱਖ ਕੇ ਸਾਹਮਣੇ ਤੁਰੋ, ਸਿੱਧ ਰੱਖ ਕੇ। ਤੇ ਜਿਹੜੀਆਂ ਵਾਸ਼ਨਾਵਾਂ ਨੇ ਇਹਨਾਂ ਨੂੰ ਵਸ ਵਿੱਚ ਕਰੋ। ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਭਾਈ ਮਰਦਾਨੇ ਨੂੰ, ਆਪਣੇ ਆਪ ਨੂੰ ਜਿੱਤੋ ਤੇ ਫਿਰ ਜਾ ਕੇ ਸਾਧਨਾ ਕਰੋ। ਫਿਰ ਕਰਤਾਰ ਦੀ ਟੇਕ ਧਰੇ, ਉਸੇ ਦੇ ਪਿਆਰ ਨੂੰ ਸਭ ਕੁਝ ਸਮਝੇ, ਜਗਤ ਦੇ ਪਦਾਰਥਾਂ ਤੇ ਤਾਕਤਾਂ ਤੋਂ ਵਿਰਾਗ ਧਾਰੇ। ਫਿਰ ਨਹੀਂ ਮਨੁੱਖ ਫਸਦਾ ਇਹਨਾਂ ਚੁੰਬਲਾਂ ਦੇ ਵਿੱਚ। ਫਿਰ ਮਰਦਾਨਾ ਜੀ ਆਖਦੇ ਨੇ, ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ, ਫਿਰ ਹੁਣ ਜਿਸ ਪੀਰ ਵੱਲ ਚੱਲੇ ਹੋ ਉਹ ਕੋਈ ਸੱਜਣ ਵਾਂਗੂ ਸਾਡੀ ਜਾਨ ਤਾਂ ਨਹੀਂ ਲਊਗਾ, ਭਾਵ ਸੁੱਖ ਗੁਜ਼ਰੇਗੀ, ਸੁੱਖ ਹੀ ਰਹੇਗੀ ਨਾ। ਤਦ ਗੁਰੂ ਨਾਨਕ ਸਾਹਿਬ ਜੀ ਬੋਲਦੇ ਨੇ, ਮਰਦਾਨਾ ਘਬਰਾ ਨਹੀਂ, ਕਰਤਾਲ ਭਲੀ ਕਰੇਗਾ। ਫਿਰ ਇਉਂ ਗੱਲਾਂ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਤੁਰੇ ਜਾਂਦੇ ਹਨ। ਭਾਈ ਸਾਹਿਬ ਲਿਖਦੇ ਹਨ, 2-3 ਦਿਨ ਜਿਹੜੇ ਨੇ ਤੇ ਰਾਤਾਂ ਰਸਤੇ ਵਿੱਚ ਰੁਕਦੇ ਰੁਕਦੇ ਗੁਰੂ ਨਾਨਕ ਸਾਹਿਬ ਜੀ ਉਸ ਪੀਰ ਵੱਲ ਜਾ ਰਹੇ ਹਨ। ਜਾਂਦਿਆਂ ਜਾਂਦਿਆਂ ਫਿਰ ਅਖੀਰ ਇੱਕ ਗਿਰਾਉਂ ਦੇ ਬਾਹਰ ਉੱਚਾ ਤੇ ਸੁਥਰਾ ਥਾਂ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਟਿਕਾਣਾ ਕਰਦੇ ਹਨ। ਇੱਥੇ ਹੀ ਫਿਰ ਗੁਰੂ ਨਾਨਕ ਸਾਹਿਬ ਜੀ ਕੀਰਤਨ ਦਾ ਜਿਹੜਾ ਰਾਗ ਲਾਪਦੇ ਨੇ, ਕੀਰਤਨ ਦਾ ਰੰਗ ਲੱਗ ਜਾਂਦਾ ਹੈ। ਲੋਕੀ ਆ ਕੇ ਬੈਠਦੇ ਹਨ। ਸਾਰੇ ਨਗਰ ਦੇ ਲੋਕੀ ਜਿਹੜੇ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ, ਬਾਰ-ਬਾਰ ਬੇਨਤੀ ਕਰਦੇ ਹਨ ਕਿ ਸਾਡੇ ਘਰ ਨੂੰ ਚੱਲੋ। ਕੁਛ ਦਿਨ ਇੱਥੇ ਠਹਿਰਨ ਕਰਕੇ ਸੰਗਤਾਂ ਦਾ ਆਉਣ ਜਾਣ ਹੋ ਗਿਆ। ਤਾਂ ਇੱਕ ਦਿਨ ਪੀਰ ਦੇ ਕੰਨ ਵਿੱਚ ਆਵਾਜ਼ ਪਈ। ਕਿਸੇ ਚੇਲੇ ਨੇ ਦੱਸਿਆ ਕਿ ਕੋਈ ਦਰਵੇਸ਼ ਆਇਆ ਹੈ। ਸੁਣਿਆ ਹੈ ਕਿ ਚੱਲਦੇ ਦਰਿਆਵਾਂ ਨੂੰ ਉਹ ਰੋਕਦਾ ਹੈ। ਫਿਰ ਇਹ ਵੀ ਸੁਣਿਆ ਕਿ ਉਹ ਬਹੁਤ ਤਾਕਤ ਵਾਲਾ ਹੈ। ਫਿਰ ਹੋਰ ਕਿਸੇ ਨੇ ਆਣ ਕੇ ਦੱਸਿਆ ਕਿ ਪੀਰ ਜੀ ਉਹ ਤੇ ਡੇਰਾ ਪਾਉਣ ਲੱਗਾ ਹੈ। ਜਿੱਥੇ ਉਜਾੜ ਹੈ ਉਸ ਥਾਂ ਦੇ ਉੱਤੇ ਉਹਨੇ ਆਪਣਾ ਚੁਬਾਰਾ ਵੀ ਬਣਾ ਲਿਆ। ਤਾਂ ਫਿਰ ਉਹ ਫਕੀਰ ਜਿਹੜਾ ਸੀ ਗੁੱਸੇ ਦੇ ਘਰ ਵਿੱਚ ਆ ਗਿਆ ਤੇ ਗੁਰੂ ਜੀ ਨੂੰ ਨੀਚਾ ਦਿਖਾਉਣ ਲਈ ਤੁਰ ਪਿਆ ਤੇ ਆ ਗਿਆ ਗੁਰੂ ਦੇ ਟਿਕਾਣੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਟਿਕੇ ਸਨ। ਇੱਥੇ ਆਣ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਾ, ਇਸਨੇ ਆਪਣੇ ਜਿਹੜੇ ਇਹਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਸਨ ਉਹਨਾਂ ਸਾਧਨਾਂ ਦੇ ਨਾਲ ਤੇ ਮਾਨਸਿਕ ਬਲ ਲਈ ਜਿਹੜੇ ਇਹਨੇ ਕਿਲੇ ਕੱਟੇ ਹੋਏ ਸਨ, ਸੋ ਮਨ ਦੇ ਜ਼ੋਰ ਦੇ ਕੇ ਲੱਗਾ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਅਧੀਨ ਕਰਨ, ਦਬਾਅ ਬਣਾਉਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਘਰ ਵਿੱਚ ਭੈ ਨਾਂ ਦੀ ਕੋਈ ਥਾਂ ਨਹੀਂ, ਨਾ ਤ੍ਰਿਸ਼ਨਾ, ਨਾ ਵੈਰ, ਨਾ ਹਨੇਰੇ ਵਾਲਾ ਮੋਹ ਤੇ ਨਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕੋਈ ਹੋਰ ਸ਼ੈ, ਬਸ ਚੜ੍ਹਦੇ ਸੂਰਜ ਵਾਂਗ ਰੋਸ਼ਨੀ ਦੀ ਤਰ੍ਹਾਂ ਚਮਕਦਾ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਤੇ ਉਸ ਚਿਹਰੇ ਦੇ ਵਿੱਚੋਂ ਰਸ ਭਿੰਨਾ ਹੁੰਦਾ ਹੋਇਆ ਕੀਰਤਨ। ਇਹ ਕੀਰਤਨ ਪੀਰ ਵੀ ਸੁਣਦਾ ਰਿਹਾ। ਜਦ ਕੀਰਤਨ ਹੋ ਚੁੱਕਾ ਤਾਂ ਪੁੱਛਣ ਲੱਗਾ, ਦਰਵੇਸ਼ ਕਿੱਧਰੋਂ ਆਏ ਤੇ ਕਿੱਧਰ ਜਾਓਗੇ? ਕਿਉਂਕਿ ਮਨ ਵਿੱਚ ਇਹ ਸੀ ਕਿ ਇੱਥੇ ਮੈਂ ਡੇਰਾ ਲਾਇਆ ਤੇ ਜੇ ਗੁਰੂ ਨਾਨਕ ਸਾਹਿਬ ਜੀ, ਇਹ ਭਾਵ ਇਹ ਜਿਹੜਾ ਦਰਵੇਸ਼ ਆਇਆ ਇਹਨੇ ਡੇਰਾ ਪਾ ਲਿਆ ਤੇ ਮੇਰੀ ਮੰਨਤਾ ਘਟ ਜਾਊਗੀ। ਸੋ
ਮਨ ਵਿੱਚ ਇਹ ਹੰਕਾਰ ਕਰਕੇ ਤੇ ਆਣ ਕੇ ਪੁੱਛਦਾ ਹੈ ਦਰਵੇਸ਼ ਕਿੱਧਰੋਂ ਆਏ ਤੇ ਕਿੱਧਰ ਜਾਓਗੇ? ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਪੌਣ ਇੱਕ ਪਾਸੇ ਆਉਂਦੀ ਹੈ, ਇੱਕ ਪਾਸੇ ਤੁਰ ਜਾਂਦੀ ਹੈ। ਉਹ ਤੁਰੀ ਰਹਿੰਦੀ ਹੈ, ਆਉਂਦੀ ਜਾਂਦੀ। ਅਸੀਂ ਆਖ ਦਿੰਦੇ ਹਨ ਤੇ ਪੀਰ ਜੀ ਫਿਰ ਸੁਣ ਕੇ ਆਖਦੇ ਨੇ, ਜਦੋਂ ਇੰਨੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਸੁਣਦਾ ਏ ਤੇ ਫਿਰ ਆਖਦਾ ਏ, ਸੁਣਿਆ ਕਿ ਤੁਸੀਂ ਇੱਥੇ ਟਿਕੋਗੇ, ਜੇ ਟਿਕੋਗੇ ਤਾਂ ਕੋਠਾ ਪਾ ਦਈਏ, ਬੈਠ ਕੇ ਤਪ ਕਰੋ। ਗੁਰੂ ਜੀ ਬੈਠੇ ਰਹੋ, ਸਾਨੂੰ ਤੁਰਨੇ ਦਾ ਹੁਕਮ ਹੈ ਅਜੇ। ਗੁਰੂ ਨਾਨਕ ਸਾਹਿਬ ਜੀ ਬੜੇ ਪਿਆਰ ਨਾਲ ਆਖਦੇ ਨੇ ਕਿ ਇਹ ਫਕੀਰ ਜੀ, ਤੁਸੀਂ ਇੱਥੇ ਬੈਠੇ ਜੇ ਬੈਠੇ ਰਹੋ, ਸਾਨੂੰ ਹੁਕਮ ਨਹੀਂ ਹੈ ਕਰਤਾਰ ਦਾ ਕਿ ਅਸੀਂ ਇੱਕ ਥਾਂ ਬੈਠ ਜਾਈਏ। ਅਸੀਂ ਤਾਂ ਤੁਰੇ ਹਾਂ ਤੇ ਤੁਰਦੇ ਰਹਾਂਗੇ ਜਦੋਂ ਤੱਕ ਉਸ ਕਰਤਾਰ ਦਾ ਹੁਕਮ ਹੈ। ਪੀਰ ਨੇ ਬੜਾ ਸੁਖੱਲਾ ਜਿਹਾ ਸਾਹ ਲਿਆ, ਭਾਵ ਹੁਣ ਸੁੱਖ ਦਾ ਸਾਹ ਆ ਕਿ ਇਸ ਦਰਵੇਸ਼ ਨੇ ਇੱਥੇ ਟਿਕਣਾ ਨਹੀਂ। ਤੇ ਫਿਰ ਆਖਦੇ ਨੇ ਕਿ ਇਹ ਦਰਵੇਸ਼, ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਆਖ ਰਿਹਾ ਕਿ ਅਸਾਂ ਸੁਣਿਆ ਸੀ ਚੁਬਾਰਾ ਪਾਓਗੇ। ਤੇ ਗੁਰੂ ਜੀ ਹੱਸ ਕੇ ਬੋਲੇ, ਪਾਵਾਂਗੇ ਢਾਵਾਂਗੇ। ਫਕੀਰ ਦਾ ਘਰ ਸਾਈਂ ਦੇ ਚੁਬਾਰੇ। ਪੀਰ ਜੀ ਅੱਗੋਂ ਆਖਦੇ ਨੇ, ਸਮਝੇ ਨਹੀਂ ਪਿਆ, ਨਾਲੇ ਢਾਉਣਾ ਤੇ ਨਾਲੇ ਵਸਾਉਣਾ। ਗੁਰੂ ਨਾਨਕ ਸਾਹਿਬ ਜੀ ਨੇ ਮੁਹਾਵਰੇ ਦੇ ਰੂਪ ਵਿੱਚ ਆਖਿਆ ਕਿ ਢਾਵਾਂਗੇ ਵੀ ਤੇ ਪਾਵਾਂਗੇ ਵੀ, ਭਾਵ ਚੁਬਾਰਾ ਢਾਵਾਂਗੇ ਵੀ ਤੇ ਉਸਾਰਾਂਗੇ ਵੀ। ਜਦੋਂ ਇਹ ਗੱਲ ਕਹੀ ਤੇ ਫਕੀਰ ਨੂੰ ਸਮਝ ਨਾ ਆਈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪੀਰ ਜੀ, ਮਨੁੱਖ ਮਿੱਟੀ ਤੋਂ ਬਣਿਆ ਹੈ, ਸੋ ਮਿੱਟੀ ਨਾਲ ਇਹਦਾ ਪਿਆਰ ਹੈ। ਇੱਕ ਮਿੱਟੀ ਦਾ ਤਾਂ ਸਰੀਰ ਹੈ, ਇੱਕ ਇਹ ਮਿੱਟੀ ਦਾ ਹੋਰ ਮੰਡਪ ਉਸਾਰ ਕੇ ਵਿੱਚ ਵੜ ਬੈਠਦਾ ਹੈ, ਫਿਰ ਬਣਾਉਂਦਾ ਹੈ, ਫਿਰ ਉਹਨੂੰ ਖਵਾਉਂਦਾ ਹੈ, ਭਾਵ ਸੁੰਦਰ ਬਣਾਉਣ ਵਾਸਤੇ ਕਈ ਕੁਝ ਲਾਉਂਦਾ ਹੈ, ਤੇ ਫਿਰ ਆਖਦਾ ਹੈ ਕਿ ਮੈਂ ਇਸ ਦਾ ਮਾਲਕ ਹਾਂ। ਪਰ ਜਿਸ ਕਾਰਨ ਇਹ ਧਰਤੀ ਤੇ ਆਇਆ, ਉਹ ਤਲਬ ਇਹਦੇ ਅੰਦਰ ਨਹੀਂ ਆਈ, ਭਾਵ ਸਾਈਂ ਦੀ ਯਾਦ ਨਹੀਂ ਇਹਦੇ ਅੰਦਰ ਆਈ। ਤੇ ਫਿਰ ਜਿਹੜੀਆਂ ਦੋ ਮੜੋਲੀਆਂ ਮਿੱਟੀ ਦੀਆਂ ਜਿਹਦੇ ਨਾਲ ਇਹਨੇ ਘਰ ਬਣਾਇਆ, ਇਹ ਘਰ ਦੇ ਨਾਲ, ਭਾਵ ਇਹ ਦੋ ਹੀ ਮੜੋਲੀਆਂ ਜਿੰਨਾ ਕਿ ਇਹਨੇ ਘਰ ਬਣਾਇਆ, ਇਹਨੂੰ ਛੱਡ ਕੇ ਫਿਰ ਇਸ ਸੰਸਾਰ ਤੋਂ ਚਲਾ ਜਾਣਾ। ਮਿੱਟੀ ਵਿੱਚ ਫਸ ਬੈਠਣਾ ਮਿੱਟੀ ਵਰਗੀ ਅਕਲ ਦਾ ਕੰਮ ਹੈ। ਫਕੀਰ ਉੱਜਲ ਮਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਇਹ ਫਕੀਰ ਨੂੰ ਉਪਦੇਸ਼ ਦੇ ਰਹੇ ਨੇ। ਉਹ ਮਿੱਟੀ ਤੋਂ ਵੱਖ ਹੋ ਕੇ ਮਿੱਟੀ ਨੂੰ ਵੇਖਦਾ ਹੈ ਕਿ ਇਹ ਮੈਂ ਨਹੀਂ, ਮਿੱਟੀ ਤੋਂ ਉੱਪਰ ਸਾਈਂ ਦੀ ਜੋਤ ਦਾ ਚੁਬਾਰਾ ਹੈ। ਫਕੀਰ ਉਸ ਵਿੱਚ ਜਾ ਟਿਕਾਣਾ ਕਰਦਾ ਹੈ, ਉੱਠਦਾ, ਬਹਿੰਦਾ, ਤੁਰਦਾ, ਮਨ ਮਨ ਵਿੱਚ ਰਹਿੰਦਾ ਹੈ। ਫਕੀਰ ਇਸ ਚੁਬਾਰੇ ਖੇਡਦਾ ਹੈ। ਮਿੱਟੀ ਦਾ ਪਿਆਰ ਮਿੱਟੀ ਵਿੱਚ ਲੈ ਜਾਂਦਾ ਹੈ। ਚੁਬਾਰੇ ਉਲਟ ਕੇ ਮੜੀਆਂ ਗੋਰਾਂ ਕਬਰਾਂ ਬਣ ਜਾਂਦੇ ਹਨ। ਮਿੱਟੀ ਦਾ ਪਿਆਰ ਮਿੱਟੀ ਵਿੱਚ ਰਹਿ ਜਾਂਦਾ ਹੈ। ਇੱਥੇ ਬਾਬਾ ਫਰੀਦ ਜੀ ਦਾ ਸਲੋਕ ਵੀ ਬੜਾ ਢੁਕਦਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ, ਕੂੜਾ ਸੌਦਾ ਕਰ ਗਏ, ਬੋਰੀ ਆਏ ਪਰੇ। ਜਦੋਂ ਇਹ ਪੀਰ ਨੇ ਆਪਣੇ ਕੰਨਾਂ ਨਾਲ ਸੁਣਿਆ ਤੇ ਪੀਰ ਸੁਣ ਕੇ ਘਬਰਾਇਆ। ਫਿਰ ਸਾਰੀਆਂ ਗੱਲਾਂ ਯਥਾਰਥ ਸਨ। ਉਸਨੂੰ ਚੁਬਾਰੇ ਨਾਲ ਪਿਆਰ ਸੀ, ਆਪਣੀ ਹੈਂਕੜ ਨਾਲ ਪਿਆਰ ਸੀ। ਇਸ ਕਰਕੇ ਉਸਦਾ ਹੁਕਮ ਸੀ ਕਿ ਮੇਰੇ ਪਿੰਡ ਦੇ ਨੇੜੇ ਤੇੜੇ ਕੋਈ ਚੁਬਾਰਾ ਨਾ ਪਵੇ। ਜੇ ਕੋਈ ਪਾਉਂਦਾ ਤਾਂ ਢਵਾ ਦਿੰਦਾ। ਮੁਸਲਮਾਨ ਹੋਣ ਕਰਕੇ ਇਸ ਦੀ ਚੱਲਦੀ ਸੀ। ਦੂਸਰੇ ਕਰਾਮਾਤੀ ਹੋਣ ਦਾ ਭੈ ਦੁਨੀਆ ਨੂੰ ਖਾ ਰਿਹਾ ਸੀ। ਸਭ ਲੋਕ ਇਸ ਦੇ ਆਮਨੇ ਨੂੰ ਮੰਨਦੇ ਸਨ, ਭਾਵ ਇਹਦੇ ਭੈ ਨੂੰ ਮੰਨਦੇ ਸਨ। ਇਹ ਕੋਈ ਨੇਕੀ ਦਾ ਸਿੱਖਿਆ ਦਾਤਾ ਨਹੀਂ ਸੀ।
पर अपनी रियाजत दी हौं विच अपनी उच्चता मना के खुश हुंदा सी। इस तरह इस तो कई वधीकियां हो पैंदियां सन। ਅੱਜ ਗੁਰੂ ਬਾਬੇ ਦੇ ਬਚਨ ਸੁਣ ਕੇ ਹੋਸ਼ ਦੇ ਘਰ ਵਿੱਚ ਆਇਆ। ਗੁਰੂ ਬਾਬੇ ਨੂੰ ਅਰਦਾਸ ਕਰਕੇ ਕੁਛ ਦਿਨ ਉੱਥੇ ਰੱਖਿਆ ਤੇ ਸਤਸੰਗ ਕਰਕੇ ਜਿਹੜੀ ਅਟਕ ਸੀ ਨਿਕਲ ਗਈ। ਕਰਾਮਾਤ ਦਾ ਸ਼ੌਂਕ ਟੁੱਟ ਗਿਆ। ਰਜਾ ਦੇ ਨਾਮ ਦਾ ਰੰਗ ਲੱਗ ਗਿਆ। ਉਹ ਪ੍ਰਜਾ ਜੋ ਇਸ ਦੇ ਹੰਕਾਰ ਕਰਕੇ ਔਖ ਵਿੱਚ ਸੀ ਸੁਖੀ ਹੋ ਗਈ। ਇਹ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜਾ ਪ੍ਰਸੰਗ ਹੈ ਨਾ, ਜਿਹੜਾ ਆਪ ਜੀ ਨੇ ਸਰਵਣ ਕੀਤਾ, ਇੱਕ ਸੰਤ ਜੀ ਤੋਂ ਮਿਲਿਆ ਜੋ ਦੱਸਦੇ ਹਨ ਕਿ ਇੱਥੇ ਪਹਿਲਾਂ ਜਾਦਗਰ ਹੀ ਥੜਾ ਸੀ। ਸੰਗਤਾਂ ਜੋੜ ਮੇਲੇ ਕਰਦੀਆਂ ਸਨ। ਹੁਣ ਗੁਰਦੁਆਰਾ ਬਣ ਗਿਆ ਹੈ ਤੇ ਪ੍ਰਚਾਰ ਹੋ ਰਿਹਾ ਹੈ। ਇਹ ਪ੍ਰਸੰਗ ਪਰੰਪਰਾ ਤੋਂ ਸੀਨੇ ਬਸੀਨੇ ਤੁਰਿਆ ਆਇਆ ਹੈ। ਭਾਵ ਇਹ ਜਿਹੜੀ ਸਾਖੀ ਹੈ, ਕਿਉਂਕਿ ਕਈ ਵਾਰ ਅਸੀਂ ਕਿਤਾਬ ਪੜ੍ਹਦੇ ਹਾਂ, ਬੁੱਕ ਪੜ੍ਹਦੇ ਹਾਂ, ਤੇ ਜਦੋਂ ਵੀ ਅਸੀਂ ਪੜ੍ਹਦੇ ਹਾਂ ਨਾ, ਤੇ ਕਈ ਵਾਰ ਸਾਡੇ ਮਨ ਵਿੱਚ ਸਵਾਲ ਆਉਂਦੇ ਨੇ ਕਿੱਥੋਂ ਆਇਆ ਕਿੱਥੋਂ ਨਹੀਂ, ਤੇ ਪਰ ਅਸੀਂ ਜਿਹੜੀ ਥੱਲੇ ਟੂਕ ਦਿੱਤੀ ਹੁੰਦੀ ਹੈ ਉਸ ਟੂਕ ਨੂੰ ਨਹੀਂ ਪੜ੍ਹਦੇ, ਕਿਉਂਕਿ ਸਾਡਾ ਸੁਭਾਅ ਹੀ ਇਹ ਬਣ ਚੁੱਕਿਆ ਕਿ ਅਸੀਂ ਪੜ੍ਹਨਾ ਹੈ, ਪਰ ਸਾਨੂੰ ਜੋ ਅਸੀਂ ਪੜ੍ਹ ਰਹੇ ਹਾਂ ਇਹ ਕਿੱਥੋਂ ਮਿਲਿਆ ਆਇਆ ਹੈ। ਅਸਲ ਵਿੱਚ ਇਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਇਸ ਸਾਖੀ ਵਿੱਚੋਂ, ਗੁਰੂ ਨਾਨਕ ਸਾਹਿਬ ਜੀ ਦੀ ਇਸ ਸਾਖੀ ਵਿੱਚੋਂ। ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਕਿਸੇ ਸੰਤ ਦੇ ਕੋਲੋਂ ਮੈਂ ਸੁਣਿਆ ਸੀ, ਜੋ ਇੱਥੇ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਤੇ ਜਦੋਂ ਮੈਂ ਇੱਥੇ ਗਿਆ ਸੀ ਤੇ ਮੈਨੂੰ ਪਤਾ ਚੱਲਿਆ ਕਿ ਸੀਨੇ ਬਸੀਨੇ ਇਹ ਸਾਖੀ ਚੱਲਦੀ ਆ ਰਹੀ ਹੈ। ਤੇ ਇੱਥੇ ਇੱਕ ਸੋਹਣਾ ਗੁਰਦੁਆਰਾ ਬਣਿਆ ਹੈ ਜਿੱਥੇ ਪੀਰ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ ਨੇ ਸੱਜਣ ਠੱਗ ਤੋਂ ਬਾਅਦ। ਹੁਣ ਅਗਲਾ ਜਿਹੜਾ ਹੈ 12 ਨੰਬਰ ਪ੍ਰਕਰਨ ਸ਼ੁਰੂ ਹੋਣ ਲੱਗਾ ਹੈ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਰਿਦੁਆਰ ਦੀ ਫੇਰੀ ਲਾਉਣ ਵਾਸਤੇ ਚੱਲਦੇ ਹਨ। ਹਰਿਦੁਆਰ ਹਿੰਦੂਆਂ ਦਾ ਪ੍ਰਮੁੱਖ ਸਥਾਨ, ਜਿੱਥੇ ਲੋਕ ਟੁੱਬੀ ਲਾ ਕੇ ਆਪਣੇ ਮਨ ਨੂੰ ਜਿਹੜਾ ਸੀ, ਆਪਣੇ ਸਰੀਰ ਨੂੰ ਧੋਂਦੇ ਸਨ। ਪਰ ਹੋ ਕੀ ਰਿਹਾ ਸੀ ਉਹ ਇਸ ਸਾਖੀ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਇਸ ਸਾਖੀ ਦੇ ਵਿੱਚ ਦਰਸਾਇਆ ਹੈ। ਸੋ ਸਾਡੇ ਕੋਲ ਅਜੇ 10-15 ਮਿੰਟ ਪਏ ਨੇ, ਅਸੀਂ ਉਦੋਂ ਤੱਕ ਕੁਝ ਸਾਖੀ ਇਹਦੀ ਅੱਜ ਸ਼ੁਰੂ ਕਰਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਜੀ ਪੀਰ ਜੀ ਨੂੰ ਰੰਗ ਵਿੱਚ ਰੰਗ ਕੇ ਅੱਗੇ ਤੁਰਦੇ ਹਨ, ਕਈ ਥਾਂ ਮੁਕਾਮ ਕਰਦੇ ਹਨ, ਭਾਵ ਰੁਕਦੇ ਹਨ, ਤੁਰਦੇ ਹਨ। ਨਿਸਤਾਰ ਦੇ ਜਗਤ ਨੂੰ ਹੌਲੀ ਹੌਲੀ ਚਾਲੇ ਪਏ, ਹੌਲੀ ਹੌਲੀ ਰੁਕਦੇ ਚੱਲਦੇ ਰੁਕਦੇ ਗੁਰੂ ਨਾਨਕ ਸਾਹਿਬ ਜੀ ਅੱਗੇ ਹਰਿਦੁਆਰ ਅੱਪੜਦੇ ਹਨ। ਕੀ ਦੇਖਦੇ ਹਨ ਕਿ ਉੱਥੇ ਬਹੁਤ ਗਹਿਮਾ ਗਹਿਮ ਹੈ, ਖੂਬ ਗਹਿਮਾ ਗਹਿਮ, ਭਾਵ ਬਹੁਤ ਭੀੜ ਲੱਗੀ ਹੈ। ਕਿਉਂ ਇਹ ਗਹਿਮਾ ਗਹਿਮ ਹੈ? ਕਿਉਂਕਿ ਇੱਥੇ ਮੇਲਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਰਨਹਾਰ ਜਗਤ ਨੂੰ ਅਗਿਆਨ ਦੇ ਅੰਧਕਾਰ ਵਿੱਚ ਉਹਨਾਂ ਨੇ ਵੇਖਿਆ ਸੀ। ਪਿੱਛੇ ਅਸੀਂ ਸਾਖੀ ਦੇ ਵਿੱਚ ਸਰਵਣ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਕਈ ਦਿਨ ਜਿਹੜੇ ਸਨ ਉਹ ਉਪਰਾਮ ਰਹਿ ਕੇ, ਜਦੋਂ ਘਰ ਵਾਲੇ ਇਹ ਗੱਲ ਆਖਦੇ ਸਨ, ਪਿਤਾ ਮਹਿਤਾ ਕਲਿਆਣ ਜੀ, ਸਾਰਾ ਪਰਿਵਾਰ ਸਾਰਾ ਨਗਰ ਇਹ ਗੱਲ ਆਖਦਾ ਸੀ ਕਿ ਸ਼ਾਇਦ ਕੋਈ ਇਹਨਾਂ ਤੇ ਛਾਇਆ ਆ ਗਈ ਜਾਂ ਇਹਨਾਂ ਨੂੰ ਕੁਝ ਹੋ ਗਿਆ ਏ। ਇਹ ਸਭ ਕੁਝ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਤੱਕਿਆ ਸੀ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਨ ਕਿ ਅਸੀਂ ਜਗਤ ਨੂੰ ਦੇਖ ਰਹੇ ਹਾਂ। ਇੱਥੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਸੀ ਕਿ ਜਗਤ ਅਗਿਆਨ ਦੇ ਵਿੱਚ ਫਸਿਆ ਹੋਇਆ ਹੈ, ਹਨੇਰੇ ਵਿੱਚ ਫਸਿਆ ਹੋਇਆ ਹੈ, ਇਸ ਲਈ ਇਹਨੂੰ ਉਦਾਹਰਨਾ ਹੈ। ਸੋ ਭਾਈ ਸਾਹਿਬ ਲਿਖਦੇ ਹਨ, ਸ਼ੀਤਲ ਨਦੀ ਵਿੱਚ ਨਹਾ ਰਹੇ ਸਨ, ਕੁਝ ਆਪਣੇ ਸਰੀਰ ਨੂੰ ਧੋ ਰਹੇ ਸਨ। ਕੁਝ ਇਹ ਗੱਲ ਸਮਝ ਰਹੇ ਸਨ ਕਿ ਮਨ ਤੋਂ ਪਾਪਾਂ ਦੀ ਮੈਲ ਧੋ ਰਹੇ ਹਨ। ਲੋਕ
ਟੁੱਬੀਆਂ ਲਾ ਰਹੇ ਸਨ ਸਾਫ਼ ਪਾਣੀ ਦੇ ਵਿੱਚ, ਨਿਰਮਲ ਜਲ ਦੇ ਵਿੱਚ, ਤੇ ਮਨ ਧਾਰਿਆ ਸੀ ਦਸੋ ਦਿਸ਼ਾ ਨੂੰ, ਭਾਵ ਮਨ ਜਿਹੜਾ ਸੀ ਦਸਾਂ ਦਿਸ਼ਾਵਾਂ ਵੱਲ ਜਾ ਰਿਹਾ ਸੀ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉਸ ਸਮੇਂ ਜਿਹੜੇ ਲੋਕ ਗਹਿਮਾ ਗਹਿਮ ਜਿਹੜੀ ਸੀ ਭੀੜ ਸੀ ਲੋਕਾਂ ਦੀ, ਹੱਥਾਂ ਵਿੱਚ ਜਲ ਸੀ ਤੇ ਉਹ ਸੂਰਜ ਵੱਲ ਨੂੰ ਕਰਕੇ ਪਿੱਤਰਾਂ ਨੂੰ ਦੇ ਰਹੇ ਸਨ। ਤਰਪਣ ਕਰ ਰਹੇ ਸਨ, ਗਾਇਤਰੀ ਪਾਠ ਪੜ੍ਹ ਰਹੇ ਸਨ, ਪਰ ਘਰਾਂ ਤੋਂ ਭਰਾ ਭਰਾ ਦੇ ਨਾਲ ਲੜ ਕੇ, ਸਭ ਇੱਕ ਦੂਜੇ ਨਾਲ ਲੜ ਕੇ ਆਏ ਹੋਏ ਸਨ ਤੇ ਉੱਥੇ ਵੀ ਕਈ ਲੜਾਈਆਂ ਤੇ ਕਈ ਵਿਰੋਧ ਦਿਲਾਂ ਵਿੱਚ ਹੋ ਰਹੇ ਸਨ। ਹਾਂ, ਮਾੜੇ ਕਰਮ ਖਹਿੜਾ ਨਹੀਂ ਛੱਡਦੇ, ਪਰ ਇਸ਼ਨਾਨ ਦੀ ਕੜਕੁੱਟ, ਜਿਹੜੇ ਭਾਵ ਇਸ਼ਨਾਨ ਕਰ ਰਹੇ ਸਨ, ਉਹ ਕੜਕੁੱਟ ਪੈ ਰਹੀ ਸੀ। ਉਹ ਕੜਕੁੱਟ ਕਿਹੜੀ ਸੀ? ਪਹਿਲਾ ਮੈਂ, ਇਹ ਪਹਿਲੇ ਮੈਂ ਦੇ ਵਿੱਚ ਘਮਸਾਨ ਮਚ ਉੱਠਿਆ ਸੀ। ਸਾਹਮਣੇ ਇੱਕ ਪਾਸੇ ਪਾਂਡੇ ਬੈਠੇ ਸਨ ਜਿਹੜੇ ਦਾਨ ਮੰਗ ਰਹੇ ਸਨ। ਜੇ ਕੋਈ ਸਿੱਧੇ ਤਰੀਕੇ ਦੇ ਨਾਲ ਦਾਨ ਨਹੀਂ ਸੀ ਦਿੰਦਾ ਤੇ ਉਹਨੂੰ ਵਾਰ ਜਾਂ ਸ਼ਰਾਪ ਦੇ ਕੇ, ਡਰ ਭਾਵ ਸ਼ਰਾਪਾਂ ਦਾ ਡਰ ਦੇ ਕੇ, ਜ਼ੋਰ ਦੇ ਨਾਲ ਵੀ ਜਿਹੜਾ ਸੀ ਉਹ ਦਾਨ ਲੈ ਰਹੇ ਸਨ। ਸ਼ਾਮਾਂ ਨੂੰ ਨਦੀ ਵਿੱਚ ਡੂਨਿਆਂ ਵਿੱਚ ਰੱਖ ਕੇ ਦੀਵੇ ਤਰਾਏ ਜਾਂਦੇ ਤੇ ਆਰਤੀ ਦੇ ਘੰਟਿਆਂ ਦੀ ਮਿੱਠੀ ਝੁਨਕਾਰ ਪੈਂਦੀ ਸੀ। ਸਵੇਰ ਨੂੰ ਫੁੱਲ ਤਾਰੇ ਜਾਂਦੇ, ਇਸ਼ਨਾਨ ਹੁੰਦੇ ਤੇ ਪਿੱਤਰਾਂ ਨੂੰ ਜਲ ਦਿੱਤੇ ਜਾਂਦੇ। ਇਹ ਅਗਿਆਨ, ਦਿਲਾਂ ਦਾ ਅੰਧਕਾਰ ਤੇ ਮਨਾਂ ਦੀ ਅਧੋਗਤੀ ਵੇਖ ਕੇ ਕੌਤਕਹਾਰ ਜੀ ਆਪ ਵੀ ਇੱਕ ਦਿਨ ਜਲ ਵਿੱਚ ਜਾ ਖਲੋਤੇ। ਪੂਰੇ ਵੱਲੋਂ ਸੂਰਜ ਚੜ੍ਹਿਆ ਸੀ, ਉਸ ਵੱਲ ਪਿੱਠ ਕਰ ਦਿੱਤੀ, ਮੂੰਹ ਪਿਛ ਵੱਲ ਭਾਵ ਪੱਛੋਂ ਵੱਲ, ਤੇ ਕੁਛ ਉੱਤਰ ਦਾ ਰੁਖ ਲੈ ਕੇ ਕਰ ਲਿਆ ਤੇ ਪਾਣੀ ਦੇਣ ਲੱਗ ਪਏ। ਹੁਣ ਇਹ ਸਾਖੀ ਇੱਥੋਂ ਕੱਲ ਅਸੀਂ ਆਰੰਭ ਕਰਨੀ ਹੈ। ਮੈਂ ਇੱਥੇ ਆਪ ਜੀ ਨੂੰ ਕੁਛ ਬੇਨਤੀ ਕਰਕੇ ਜਾਵਾਂ, ਕਿਉਂਕਿ ਜੋ ਹੁਣੇ ਅਸੀਂ ਸਰਵਣ ਕੀਤਾ ਹੈ, ਫਿਰ ਮੈਂ ਆਪ ਜੀ ਨੂੰ ਦੱਸਾਂ ਕਿ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚ ਗਏ ਨੇ। ਕੀ ਦੇਖਦੇ ਨੇ? ਗਹਿਮਾ ਗਹਿਮ ਭੀੜ ਲੱਗੀ ਪਈ ਹੈ, ਇਉਂ ਲੱਗਦਾ ਜਿਸ ਤਰ੍ਹਾਂ ਬੜਾ ਵੱਡਾ ਮੇਲਾ ਹੈ। ਉਸ ਭੀੜ ਵਿੱਚ ਕੀ ਦੇਖਦੇ ਨੇ? ਕੁਝ ਲੋਕ ਇਸ਼ਨਾਨ ਕਰਨ ਜਾਂਦੇ ਨੇ ਤੇ ਅਧੋਗਤੀ ਵਿੱਚ, ਪਹਿਲਾਂ ਮੈਂ ਇਸ਼ਨਾਨ ਕਰਨਾ, ਪਹਿਲਾਂ ਮੈਂ, ਇੱਕ ਦੂਜੇ ਨੂੰ ਧੱਕਾ ਮੁੱਕੀ। ਹੁਣ ਵੀ ਤੁਸੀਂ ਅੱਜ ਕੱਲ੍ਹ ਵੀ ਦੇਖੋਗੇ ਨਾ, ਜਦੋਂ ਹਰਿਦੁਆਰ ਲੋਕ ਅੱਜ ਦੇ ਦਿਨਾਂ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਤੇ ਉੱਥੇ ਇਹੋ ਕੁਝ ਹੀ ਹੁੰਦਾ। ਗੁਰੂ ਨਾਨਕ ਸਾਹਿਬ ਜੀ ਉਹ ਤੱਕਦੇ ਨੇ, ਉਸ ਤੋਂ ਬਾਅਦ ਕੀ ਵੇਖਦੇ ਨੇ? ਇਹ ਨਹੀਂ ਕਿ ਜਾਂਦਿਆਂ ਹੀ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਵਗਦੇ ਪਾਣੀ ਵਿੱਚ ਖਲੋ ਗਏ ਗੁਰੂ ਨਾਨਕ ਸਾਹਿਬ ਜੀ, ਨਹੀਂ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਤੱਕਿਆ, ਫਿਰ ਕੀ ਤੱਕਿਆ? ਠਹਿਰੇ ਨੇ, ਸ਼ਾਮਾਂ ਪੈਂਦੀਆਂ ਨੇ, ਲੋਕ ਦੀਵਿਆਂ ਵਿੱਚ ਤੇਲ ਪਾਉਂਦੇ ਨੇ ਤੇ ਫਿਰ ਉਹਨਾਂ ਨੂੰ ਨਦੀ ਵਿੱਚ ਜਲ ਪ੍ਰਵਾਹ ਕਰਦੇ ਨੇ। ਸਵੇਰ ਹੁੰਦੀ ਹੈ ਤੇ ਲੋਕ ਫੁੱਲ ਸੁੱਟਦੇ ਨੇ ਉਸ ਨਦੀ ਵਿੱਚ, ਪਰ ਅੰਦਰ ਦੀ ਕੜਤਣ ਜਿਹੜੀ ਉਹ ਦੂਰ ਨਹੀਂ ਗਈ। ਤਨ ਧੋ ਲਿਆ ਪਰ ਮਨ ਦੀ ਕੁੜਤਣ ਨਹੀਂ ਗਈ। ਫਿਰ ਇਹ ਵੀ ਦੇਖਦੇ ਨੇ, ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਕਿ ਕੋਈ ਆਪਣੇ ਭਰਾ ਦੀ, ਕੋਈ ਆਪਣੇ ਪਿਓ ਦੀ, ਕੋਈ ਔਰਤ ਜਿਹੜੀ ਆ ਉਹ ਆਪਣੇ ਪਤੀ ਦੀ, ਕੋਈ ਆਪਣੇ ਸਹੁਰੇ ਦੀ, ਕੋਈ ਹਰ ਇੱਕ ਤਰੀਕੇ ਦੇ ਨਾਲ ਜੋ ਕੁਛ ਵੀ ਉੱਥੇ ਚੱਲ ਕੇ ਆਏ ਨੇ, ਸਾਰੇ ਇੱਕ ਦੂਜੇ ਦੇ ਨਾਲ ਜਿਹੜਾ ਵਾ ਉਹ ਵੈਰ ਵਿਰੋਧ ਵਾਲੀ ਹੀ ਗੱਲ ਕਰ ਰਹੇ ਨੇ। ਇਹ ਸਭ ਕੁਝ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਇਹ ਵੀ ਤੱਕਦੇ ਨੇ ਕਿ ਜਿਹੜੇ ਧਰਮ ਦੇ ਆਗੂ ਹੋਣ ਵਾਲੇ ਜਿਹੜੇ ਪਾਂਡੇ ਸਨ, ਜਿਨ੍ਹਾਂ ਨੇ ਲੋਕਾਂ ਨੂੰ ਗਿਆਨ ਦੇਣਾ ਸੀ, ਉਹ ਵੀ ਲੋਕਾਂ ਨੂੰ ਲੁੱਟਣ ਵਾਸਤੇ, ਲੋਕਾਂ ਦੇ ਕੋਲੋਂ ਧਨ ਲੈਣ ਵਾਸਤੇ ਜਿਹੜਾ ਸੀ ਉਹ ਉਹਨਾਂ ਨੂੰ ਵਾਰ ਤੇ ਸ਼ਰਾਬਾਂ ਦੇ ਵਿੱਚ ਉਹਨਾਂ ਨੂੰ ਇਕੱਠਿਆਂ ਕਰਕੇ, ਭਾਵ ਜੇ ਕੋਈ ਪੈਸੇ ਦੇ ਦਿੰਦਾ ਉਹਨੂੰ ਵਰ ਦੇ ਦਿੰਦੇ, ਜਾਂ ਲਾਲਚ ਦਿੰਦੇ ਅਸੀਂ ਤੁਹਾਨੂੰ ਵਰ ਦੇਵਾਂਗੇ, ਸਾਨੂੰ ਦਾਨ ਦਿਓ। ਜੇ ਕੋਈ ਨਹੀਂ ਦਿੰਦਾ ਤੇ ਉਹਨਾਂ ਨੂੰ ਡਰਾਉਂਦੇ ਕਿ ਅਸੀਂ ਤੁਹਾਨੂੰ ਸ਼ਰਾਪ ਦੇ ਦੇਣਾ, ਤੇ ਇਸ ਕਰਕੇ ਫਿਰ ਜਿਹੜਾ ਉਹ ਲੋਕ ਉਹਨਾਂ ਨੂੰ ਦਾਨ ਦਿੰਦੇ ਨੇ। ਸਾਰਾ ਕੁਝ ਵੇਖ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਤਾਰਨਹਾਰ ਜਗਤ ਗੁਰੂ ਨਾਨਕ ਉਸ ਫਿਰ ਨਦੀ ਦੇ ਵਿੱਚ ਜਿਹੜਾ ਸੀ ਉਹ ਉਤਰ ਆਏ।
ਉੱਤਰ ਤੋਂ ਬਾਅਦ ਪੱਛਮ ਵੱਲ ਜਿਹੜਾ ਸੀ ਸੂਰਜ ਵੱਲ ਨੂੰ ਜਿਹੜਾ ਸੀ ਉਹ ਪਾਣੀ ਨਹੀਂ ਸਨ ਦੇ ਰਹੇ। ਜਿੱਧਰ ਸੂਰਜ ਚੜ੍ਹਦਾ ਹੈ ਉਧਰ ਨੂੰ ਪਾਣੀ ਨਹੀਂ ਸਨ ਦੇ ਰਹੇ। ਉਹਨਾਂ ਨੇ ਜਿੱਧਰ ਨੂੰ ਲੋਕ ਪਾਣੀ ਦੇ ਰਹੇ ਸੀ ਉਧਰ ਨੂੰ ਪਿੱਠ ਕਰ ਲਈ ਤੇ ਚੜ੍ਹਦੇ ਪਾਸੇ ਨੂੰ ਜਿਹੜਾ ਸੀ ਲਹਿੰਦੇ ਪਾਸੇ ਨੂੰ ਮਾਫ ਕਰਨਾ ਆਪਣਾ ਮੁੱਖ ਕਰ ਲਿਆ। ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਦੇ ਉਧਾਰ ਲਈ ਹਰਿਦੁਆਰ ਦੀ ਧਰਤੀ ਦੇ ਉੱਤੇ ਜਾ ਪਹੁੰਚੇ ਨੇ। ਸੋ ਕੱਲ ਦੀ ਕਲਾਸ ਵਿੱਚ ਅਸੀਂ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਰਿਦੁਆਰ ਦੀ ਧਰਤੀ ਉੱਤੇ ਉੱਥੋਂ ਆਏ ਹੋਏ ਲੋਕਾਂ ਤੇ ਉੱਥੋਂ ਦੇ ਰਹਿਣ ਵਾਲੇ ਪਾਂਡਿਆਂ ਨੂੰ ਉਪਦੇਸ਼ ਕਰਦੇ ਹਨ। ਸੋ ਇਹ ਕੱਲ ਨੂੰ ਅਸੀਂ ਸਰਵਣ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਜੁੜਨ ਦੀ ਕਿਰਪਾਲਤਾ ਕਰਿਆ ਕਰੋ, ਕਿਉਂਕਿ ਜੋ ਸਮਾਂ ਹੈ 11:30 ਵਜੇ ਸਾਨੂੰ ਫਿਰ 2-4 ਮਿੰਟ ਲੇਟ ਕਰਨਾ ਪੈਂਦਾ ਹੈ ਜਦੋਂ ਤੱਕ ਆਪ ਦੀ ਕਲਾਸ ਵਿੱਚ ਜੁੜਦੇ ਨਹੀਂ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਕਲਾਸ ਵਿੱਚ ਜੁੜ ਕੇ ਆਪ ਦੀ ਜੋ ਹੈ ਉਹ ਕਲਾਸ ਵਿੱਚ ਜੁਆਇਨ ਕਰਕੇ ਵੱਧ ਤੋਂ ਵੱਧ ਜੋ ਹੈ ਇਤਿਹਾਸ ਦਾ ਲਾਹਾ ਪ੍ਰਾਪਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਗੁਰਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।